ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਹੈਲਥ ਸ਼ੋ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਇਸ ਪ੍ਰੋਗਰਾਮ ਦੇ ਵਿੱਚ ਅੱਜ ਗੱਲਬਾਤ ਕਰਾਂਗੇ ਫੂਡ ਬਾਰੇ, ਕਿਉਂਕਿ ਫੂਡ ਤੋਂ ਬਿਨਾਂ ਅਸੀਂ ਨਹੀਂ ਰਹਿ ਸਕਦੇ। ਪਹਿਲਾਂ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੇ, ਸਾਹ ਲੈਣ ਤੋਂ ਬਿਨਾਂ ਨਹੀਂ ਰਹਿ ਸਕਦੇ, ਤੇ ਉਸ ਤੋਂ ਬਾਅਦ ਸਾਨੂੰ ਫੂਡ ਦੀ ਲੋੜ ਹੁੰਦੀ ਹੈ। ਸਮੇਂ-ਸਮੇਂ ਤੇ ਅਸੀਂ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਦੇ ਰਹਿੰਦੇ ਹਾਂ ਕਿ ਕਿਹੜਾ ਫੂਡ ਸਾਨੂੰ ਖਾਣਾ ਚਾਹੀਦਾ, ਕਿਹੜਾ ਅਵੋਇਡ ਕਰਨਾ ਚਾਹੀਦਾ। ਪਰ ਫੂਡ ਦਾ ਸਾਡੇ ਬ੍ਰੇਨ ਤੇ ਵੀ ਅਸਰ ਹੋ ਸਕਦਾ, ਕਦੇ ਸੋਚਿਆ? ਫੂਡ ਤੇ ਬ੍ਰੇਨ ਹੈਲਥ ਅਸੀਂ ਕਿਸ ਤਰ੍ਹਾਂ ਇੰਪਰੂਵ ਕਰ ਸਕਦੇ ਹਾਂ, ਕਿਹੜੇ-ਕਿਹੜੇ ਫੂਡ ਖਤਰਨਾਕ ਨੇ, ਕਿਹੜੇ-ਕਿਹੜੇ ਵਧੀਆ ਨੇ, ਨਵੀਆਂ ਸਟੱਡੀਜ਼ ਕੀ ਕਹਿ ਰਹੀਆਂ ਨੇ, ਇਸ ਬਾਰੇ ਗੱਲਬਾਤ ਕਰਾਂਗੇ। ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਨੇ ਡਾਕਟਰ ਪ੍ਰਗਟ ਸਿੰਘ ਪੁਰ ਜੀ। ਆਓ ਸਵਾਗਤ ਕਰਦੇ ਹਾਂ ਡਾਕਟਰ ਸਾਹਿਬ। ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਬਹੁਤ-ਬਹੁਤ ਧੰਨਵਾਦ ਮੇਰੇ ਬੱਚੇ ਅਰਸ਼ ਤੇ ਸਾਰੇ ਦੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ, ਸਲਾਮ, ਆਦਾਬ, ਕੇਮਸ਼ੋ, ਸਲੋ, ਬੋਂਜੋਰ, ਬਿਊਨਸ ਡੇਸ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਅਸੀਂ ਫੂਡ ਦੀ ਗੱਲ ਹਮੇਸ਼ਾ ਕਰਦੇ ਰਹਿੰਦੇ ਹੈਗੇ ਕਿ ਹੈਲਥੀ ਖਾਣਾ ਚਾਹੀਦਾ, ਇਹ ਖਾਣਾ ਚਾਹੀਦਾ, ਇਹ ਨਹੀਂ ਖਾਣਾ ਚਾਹੀਦਾ। ਦਿਨ 'ਚ ਅਸੀਂ ਬਹੁਤ ਸਾਰੇ ਘੰਟੇ ਇਹ ਸੋਚਣ ਲਈ ਬਤੀਤ ਕਰ ਦਿੰਦੇ ਹਾਂ ਕਿ ਹੁਣ ਮੈਂ ਲੰਚ 'ਚ ਕੀ ਖਾਣਾ, ਮੈਂ ਡਿਨਰ 'ਚ ਕੀ ਖਾਣਾ, ਕੀ ਹੈਲਥੀ ਹੋ ਸਕਦਾ, ਕੀ ਮੇਰਾ ਚੀਟ ਮੀਲ ਹੋ ਸਕਦਾ, ਇਹ ਸਾਰਾ ਕੁਝ। ਹੁਣ ਨਵੀਂ ਸਟੱਡੀ ਕੀ ਕਹਿੰਦੀ ਹੈ ਜੀ, ਫੂਡ ਤੇ ਬ੍ਰੇਨ ਦਾ ਕੀ ਰਿਲੇਸ਼ਨ ਹੋ ਸਕਦਾ? ਬਹੁਤ ਸੋਹਣਾ ਕੁਐਸਚਨ ਹੈਗਾ ਤੁਹਾਡਾ ਮੇਰੇ ਬੱਚੇ ਅਰਸ਼ਦੀਪ। ਤੇ ਇੰਪੋਰਟੈਂਟ ਇਸ ਲਈ ਹੈਗਾ ਵੀ ਖਾਣਾ ਅਸੀਂ ਰੋਜ਼ ਖਾਂਦੇ ਹਾਂ। ਪੈਟਰੋਲ ਕਾਰ 'ਚ ਨਾ ਪਾਈਏ ਤੇ ਕਾਰ ਨਹੀਂ ਚੱਲਦੀ, ਚਲੋ ਇਲੈਕਟ੍ਰਿਕ ਕਾਰ ਨੂੰ ਰਿਚਾਰਜ ਕਰਨਾ ਪੈਂਦਾ। ਸੋ ਖਾਣਾ ਕਿਹੋ ਜਿਹਾ ਖਾਣਾ ਚਾਹੀਦਾ? ਹੋਰ ਕੀ ਹੋਇਆ ਪਿਛਲੇ ਕੁਝ ਦਹਾਕਿਆਂ 'ਚ ਜਿਹੜਾ ਖਾਣਾ ਆ ਰਿਹਾ ਹੈ ਉਹ ਪ੍ਰੋਸੈਸਡ ਫੂਡ ਬਹੁਤ ਆ ਰਿਹਾ, ਜਿਹੜਾ ਫੈਕਟਰੀਆਂ 'ਚ ਬਣਦਾ ਤੇ ਉਹ ਖੇਤਾਂ ਤੋਂ ਸੀ, ਲੇਕਿਨ ਉਹਨਾਂ ਨੂੰ ਫੈਕਟਰੀ 'ਚ ਲੈ ਕੇ ਮੋਡੀਫਾਈ ਕੀਤਾ ਜਾਂਦਾ ਤਾਂ ਕਿ ਉਹਦੇ 'ਚ ਕਲਰਿੰਗ ਏਜੰਟ ਪਾਏ ਜਾਂਦੇ ਆ, ਐਨਜ਼ਾਈਮਸ ਪਾਏ ਜਾਂਦੇ ਆ, ਪ੍ਰੋਟੀਨ ਨੂੰ ਤੋੜ ਮਰੋੜ ਕੀਤਾ ਜਾਂਦਾ ਤੁਹਾਡੇ ਸਮੈਲ ਵਾਸਤੇ, ਤੁਹਾਡੀ ਅੱਖਾਂ ਨੂੰ ਦਿੱਖ ਵਾਸਤੇ, ਤੁਹਾਡੀ ਜ਼ੁਬਾਨ ਦੀ ਟੇਸਟ ਵਾਸਤੇ ਚੀਜ਼ਾਂ ਪਾਈਆਂ ਜਾਂਦੀਆਂ, ਹੋਰ ਚੀਜ਼ਾਂ ਪਾਈਆਂ ਜਾਂਦੀਆਂ ਵੀ ਉਹ ਰੌਟ ਨਾ ਕਰੇ, ਖਰਾਬ ਨਾ ਹੋਵੇ, ਵੀ ਕਈ ਮਹੀਨੇ ਤੱਕ ਉਹਦੀ ਸ਼ੈਲਫ ਲਾਈਫ ਰਹੇ ਜੀ। ਸੋ ਖਾਣਾ ਹਰ ਇੱਕ ਸੈੱਲ ਦੇ ਲਈ ਜ਼ਰੂਰੀ ਹੈਗਾ। ਔਰ ਪਿੱਛੇ ਅਸੀਂ ਕਹਿੰਦੇ ਰਹੇ ਹਾਂ ਵੀ ਅਗਰ ਤੁਹਾਡੇ ਖਾਣੇ 'ਚ ਫੈਟ ਜ਼ਿਆਦਾ, ਮੈਦਾ ਜ਼ਿਆਦਾ, ਲੂਣ ਜ਼ਿਆਦਾ, ਸ਼ੂਗਰ ਜ਼ਿਆਦਾ, ਤੁਹਾਨੂੰ ਮੋਟਾਪਾ ਹੋਊਗਾ, ਤੁਹਾਨੂੰ ਬਲੱਡ ਪ੍ਰੈਸ਼ਰ ਹੋਊਗਾ, ਕੋਲੇਸਟਰੋਲ ਹੋਊਗਾ, ਹਾਰਟ ਪ੍ਰੋਬਲਮ ਹੋ ਸਕਦੀ ਇਤਿਆਦਿ। ਲੇਕਿਨ ਇਹ ਪਹਿਲੀ ਸਟੱਡੀ ਜਿਹਨੇ ਬ੍ਰੇਨ ਦੇ ਨਾਲ ਖਾਣਾ ਲਿੰਕ ਕੀਤਾ। ਔਰ ਸਟੱਡੀ ਦਾ ਸਰਲੇਕਸ਼ਨ ਆਉਂਦਾ ਵੀ ਕੋਗਨੀਟਿਵ ਡਿਕਲਾਈਨ, ਵੀ ਤੁਹਾਡੀ ਜਿਹੜੀ ਬ੍ਰੇਨ ਦੀ ਜਿਹੜੀ ਐਕਟੀਵਿਟੀ ਸੀ, ਸੋਚਣ ਦੀ, ਸਮਝਣ ਦੀ, ਫੋਕਸ ਦੀ, ਪ੍ਰੋਸੈਸਿੰਗ ਦੀ, ਉਹ ਸਾਰੀ ਡਲ ਹੋਣੀ ਸ਼ੁਰੂ ਹੋ ਗਈ। ਔਰ ਉਹਦੇ 'ਚ ਉਹਨਾਂ ਨੇ ਦੇਖਿਆ ਵੀ ਅਗਰ ਤੁਹਾਡੇ ਖਾਣੇ 'ਚ 20% ਤੋਂ ਜ਼ਿਆਦਾ ਪ੍ਰੋਸੈਸਡ ਫੂਡ ਹੈਗਾ ਤੇ ਇਹਦੇ ਚਾਂਸਿਸ 24% ਹੁੰਦੇ ਵੀ ਤੁਹਾਡੀ ਸੁਰਤੀ ਜਾਂ ਫੋਕਸ ਠੀਕ ਨਹੀਂ ਰਹਿਣੇ, 29% ਵੀ ਤੁਹਾਡੇ ਓਵਰਆਲ ਬ੍ਰੇਨ ਦੇ ਫੰਕਸ਼ਨਿੰਗ ਦੇ ਵਿੱਚ ਡਿਕਲਾਈਨ ਹੋਣੀ ਹੈ, ਮੈਮਰੀ ਲਾਸ ਵੀ ਇਹਦੇ ਨਾਲ, ਜਜਮੈਂਟ, ਐਰਰ, ਪ੍ਰੋਸੈਸਿੰਗ, ਕੰਮ ਤੇ ਧਿਆਨ ਨਹੀਂ ਲੱਗਣਾ ਇਤਿਆਦਿ। ਸਟੱਡੀ ਹੋਈ ਬ੍ਰਾਜ਼ੀਲ 'ਚ ਔਰ 10 ਸਾਲ ਲੱਗੇ ਸਟੱਡੀ ਦੇ ਵਿੱਚ, 10,000 ਉਹਨਾਂ ਨੇ ਲੋਕਾਂ ਨੂੰ ਲਿੱਤਾ। ਔਸਤ ਉਮਰ 51 ਸਾਲ ਦੀ ਸੀ, ਬੰਦੇ ਵੀ ਲਿੱਤੇ, ਲੇਡੀਜ਼ ਵੀ ਲਿੱਤੀਆਂ। ਔਰ ਹੈਰਾਨੀ ਦੀ ਗੱਲ ਇਹ ਆਈ ਅਰਸ਼ ਵੀ ਜਿਹੜੇ ਗਰੁੱਪ ਦੇ ਵਿੱਚ ਵਿਅਕਤੀ ਥੋੜ੍ਹੇ ਬਹੁਤ ਸ਼ਰਾਬ ਵੀ ਪੀ ਰਹੇ ਸੀ, ਥੋੜ੍ਹਾ ਬਹੁਤ ਸਿਗਰਟ ਵੀ ਪੀ ਰਹੇ ਸੀ, ਲੇਕਿਨ ਉਹ ਹੈਲਦੀ ਖਾਣਾ ਖਾ ਰਹੇ ਸੀ, ਉਹਨਾਂ 'ਚ ਕੋਗਨੀਟਿਵ ਡਿਕਲਾਈਨ ਨਹੀਂ ਆਈ। ਜਿਹੜੇ ਗਰੁੱਪ 'ਚ ਉਹ ਸ਼ਰਾਬ ਨਹੀਂ ਵੀ ਪੀ ਰਹੇ ਸੀ, ਸਿਗਰਟ ਨਹੀਂ ਪੀ ਰਹੇ ਸੀ, ਲੇਕਿਨ ਖਾਣਾ ਗਲਤ ਖਾ ਰਹੇ ਸੀ, ਉਹਨਾਂ 'ਚ ਕੋਗਨੀਟਿਵ ਡਿਕਲਾਈਨ ਆਈ। ਵੀ ਸਿੱਧਾ ਡਾਇਰੈਕਟ ਲਿੰਕ ਨਿਊਟ੍ਰੀਸ਼ਨ ਦੇ ਨਾਲ ਹੁੰਦਾ ਜੀ। ਹੁਣ ਸਾਡਾ ਬ੍ਰੇਨ ਜਿਹੜਾ ਹੈਗਾ ਉਹਦੇ ਵਿੱਚ ਬਿਲੀਅਨਸ ਆਫ ਨਿਊਰੋਨਸ ਜਾਂ ਸੈੱਲ ਹੈਗੇ, ਇੱਕ ਦੂਜੇ ਨਾਲ ਕੰਮ ਕਰਦੇ ਆ ਤੇ ਉਹਨੂੰ ਫਿਊਲ ਚਾਹੀਦਾ। ਔਰ ਠੀਕ ਹੈ ਸਾਡੇ ਭੋਜਨ ਤੋਂ ਪ੍ਰੋਟੀਨ, ਕਾਰਬੋਹਾਈਡਰੇਟ ਔਰ ਫੈਟ, ਲੇਕਿਨ ਬ੍ਰੇਨ ਨੂੰ ਓਮੇਗਾ 3 ਫੈਟੀ ਐਸਿਡ ਚਾਹੀਦੇ ਆ, ਕਿਉਂਕਿ 50% ਬ੍ਰੇਨ ਤਾਂ ਸਾਡਾ ਫੈਟੀ ਐਸਿਡ ਹੈਗਾ। ਉਹਦੀ ਇੱਕ ਬਹੁਤ ਘਾਟ ਪਾਈ ਜਾਂਦੀ ਔਰ ਖਾਸ ਕਰਕੇ ਵੈਜੀਟੇਰੀਅਨ ਵਰਗ ਦੇ ਵਿੱਚ। ਵੈਜੀਟੇਰੀਅਨਸ ਦੇ ਵਿੱਚ ਓਮੇਗਾ 3 ਦਾ ਸੋਰਸ ਇੱਕੋ ਇੱਕ ਹੈਗਾ, ਉਹ ਹੈਗਾ ਅਲਸੀ ਜਾਂ ਫਲੈਕਸੀ। ਬਾਕੀ ਮੱਛੀ 'ਚ ਹੁੰਦਾ, ਅੰਡੇ 'ਚ ਹੁੰਦਾ, ਮੀਟ 'ਚ ਵੀ ਹੁੰਦਾ, ਚਿਕਨ 'ਚ ਵੀ ਹੁੰਦਾ। ਦੂਜੀ ਜਿਹੜੀ ਸਟੱਡੀ ਦੇ ਵਿੱਚ ਸਾਹਮਣੇ ਗੱਲ ਆਈ ਸੀ ਵੀ ਜਿਹੜੇ ਮਾਈਕਰੋ ਨਿਊਟ੍ਰੀਐਂਟਸ ਹੁੰਦੇ ਆ, ਜਿਹਨੂੰ ਆਪਾਂ ਵਾਈਟਮਿਨ ਕਹਿੰਦੇ ਆ, ਮਿਨਰਲ ਕਹਿੰਦੇ ਆ, ਉਹਦੀ ਵੀ ਘਾਟ ਕਰਕੇ ਪ੍ਰੋਬਲਮ ਪੈ ਸਕਦਾ। ਸੋ ਕਰੀਬਨ 15 ਵਾਈਟਮਿਨਸ ਹੈਗੇ ਤੇ 15 ਮਾਈਕਰੋ ਨਿਊਟ੍ਰੀਐਂਟਸ ਹੈਗੇ ਆ। ਹੁਣ ਕਿੱਥੋਂ ਆਉਣੇ ਆ ਮਾਈਕਰੋ ਨਿਊਟ੍ਰੀਐਂਟਸ? ਜ਼ਮੀਨ ਤੋਂ ਆਉਣੇ, ਸੋਇਲ ਤੋਂ ਆਉਣੇ। ਅਗਰ ਸਾਡੀ ਜ਼ਮੀਨ ਜਿਹੜੀ ਹੈਗੀ ਕੈਨੇਡਾ ਦੀ, ਅਮਰੀਕਾ ਦੀ, ਉਹ ਦੇਖ ਰਹੇ ਆ ਸਾਇੰਟਿਸਟ ਪਿਛਲੇ 30-40 ਸਾਲ ਤੋਂ, ਉਹਦੇ 'ਚ ਮਾਈਕਰੋ ਨਿਊਟ੍ਰੀਐਂਟਸ ਘੱਟ ਰਹੇ ਆ ਜੀ, ਕਿਉਂਕਿ ਖਾਦ ਪਾਉਣਾ ਸ਼ੁਰੂ ਕਰਤਾ, ਇੰਡਸਟਰੀਅਲਾਈਜ਼ ਕਰਤਾ ਫਾਰਮਿੰਗ। ਜਿਹੜੀ ਆਰਗੈਨਿਕ ਫਾਰਮਿੰਗ ਸੀ ਉਹ ਤਾਂ ਬਹੁਤ ਘੱਟ ਗਈ। ਔਰ ਹਿੰਦੁਸਤਾਨ ਦੇ ਵਿੱਚ ਵੀ ਦੇਖੋ, ਪੰਜਾਬ ਦੇ ਜ਼ਮੀਨ ਜਿਹੜੀ ਹੈਗੀ ਆ ਉਹਦੇ ਬਹੁਤ ਸਾਰਾ ਫਰਟੀਲਾਈਜ਼ਰ ਯੂਜ਼ ਕੀਤਾ ਜਾਂਦਾ ਤਾਂ ਕਿ ਪ੍ਰੋਡਿਊਸ ਵਧੀਆ ਹੋਵੇ, ਉਹਨੂੰ ਕੀੜਾ ਨਾ ਲੱਗੇ, ਸਾਈਜ਼ ਵੱਡਾ ਹੋਵੇ ਸਬਜ਼ੀਆਂ ਦਾ, ਫਰੂਟ ਦਾ, ਗ੍ਰੇਨ ਦਾ। ਸੋ ਕਿਤੇ ਨਾ ਕਿਤੇ ਅਸੀਂ ਜਿਹੜੀ ਸੋਇਲ ਹੈ ਉਹਦੇ ਨਾਲ ਵੀ ਖਿਲਵਾੜ ਕਰ ਰਹੇ ਹਾਂ, ਉੱਥੋਂ ਨਿਊਟ੍ਰੀਸ਼ਨ ਨਹੀਂ ਮਿਲ ਰਿਹਾ।
ਹੁਣ ਸੋਇਲ ਤੋਂ ਜਿਹੜੀਆਂ ਚੀਜ਼ਾਂ ਗਰੋ ਹੁੰਦੀਆਂ ਬਹੁਤ ਇੰਪੋਰਟੈਂਟ ਹੈ। ਮੇਰੀ ਮੁਰਾਦ ਆ ਸਬਜ਼ੀਆਂ, ਫਰੂਟ, ਚੌਲ, ਕਣਕ, ਬਾਜਰਾ, ਮੱਕੀ, ਕਾਲੇ ਚਨੇ, ਰਾਜਮਾ, ਦਾਲਾਂ, ਇਹ ਸਾਰੀਆਂ ਸੋਇਲ ਤੇ ਗਰੋ ਹੁੰਦੀਆਂ। ਔਰ ਅਗਰ ਸੋਇਲ ਵਧੀਆ, ਇਹਨਾਂ ਵਿੱਚ ਮਾਈਕਰੋ ਨਿਊਟ੍ਰੀਐਂਟਸ ਵਧੀਆ ਹੋਣਗੇ ਜੀ। ਅਗਰ ਸਮਝੋ ਉਹ ਕਿਸੇ ਜਾਨਵਰ ਨੇ ਉਹਨੂੰ ਖਾ ਲਿੱਤਾ ਹੈ ਨਾ, ਤੇ ਉਹ ਫਿਰ ਉਹਦਾ ਮੀਟ ਜਿਹੜਾ ਹੈਗਾ ਕੋਈ ਨਾਨ ਵੈਜ ਖਾ ਰਿਹਾ, ਤਾਂ ਉਹ ਮਾਈਕਰੋ ਨਿਊਟ੍ਰੀਐਂਟ ਮੀਟ ਦੇ ਰਾਹੀਂ ਵੀ ਜਾਂਦੇ ਆ ਜੀ। ਲੇਕਿਨ ਜਿਹੜਾ ਬੇਸਿਕ ਸੋਰਸ ਹੈਗਾ ਉਹ ਹੈਗਾ ਸੋਇਲ। ਹੁਣ ਦੁਖਾਂਤ ਵਾਲੀ ਗੱਲ ਹੈਗੀ ਆ ਵੀ ਇਹ ਤੇ ਸਟੱਡੀ ਕੋਗਨੀਟਿਵ ਡਿਕਲਾਈਨ ਨੂੰ ਕਹਿੰਦੀ ਆ ਜੀ ਜੀ। ਲੇਕਿਨ ਅਗਰ ਅਮਰੀਕਾ ਕੈਨੇਡਾ ਦੇ ਵਿੱਚ ਕਹੀਏ ਤੇ ਕਰੀਬਨ 20% ਲੋਕਾਂ ਨੂੰ ਕੋਈ ਨਾ ਕੋਈ ਸਟ੍ਰੈਸ ਕਰਕੇ ਬ੍ਰੇਨ ਦਾ ਜਿਹੜੀ ਹੈਲਥ ਉਹਨਾਂ ਦੀ ਠੀਕ ਨਹੀਂ ਹੈ, ਜਿਹਦੇ ਚ ਐਂਗਜ਼ਾਈਟੀ ਆ, ਡਿਪਰੈਸ਼ਨ ਆ, ਔਰ ਪਰਸਨੈਲਿਟੀ ਡਿਸਆਰਡਰਸ ਇਤਿਆਦਿ। ਸੋ ਹਰ ਪੰਜਵੇਂ ਵਿਅਕਤੀ ਨੂੰ ਕੋਈ ਨਾ ਕੋਈ ਪ੍ਰੋਬਲਮ ਹੈਗਾ। ਹੁਣ ਲੋਕੀ ਕਹਿੰਦੇ ਆ ਸਾਡੇ ਜੀਵਨ 'ਚ ਜੀ ਬੜਾ ਸਟ੍ਰੈਸ ਹੈਗਾ ਤਾਂ ਇਦਾਂ ਹੋਇਆ, ਲੇਕਿਨ ਦੇਖੋ ਸਾਡੇ ਜਿਹੜੇ ਬਜ਼ੁਰਗ ਸਨ, ਖਾਸ ਕਰਕੇ ਆਪਾਂ ਕੈਨੇਡਾ ਦੀ ਧਰਤੀ ਦੀ ਲੈ ਲਈਏ ਗਾਥਾ, ਤੇ ਉਹਨਾਂ ਦੇ ਉੱਤੇ ਸਟ੍ਰੈਸ ਨਹੀਂ ਸੀ, ਜੰਗਲਾਂ 'ਚ ਰਹਿੰਦੇ ਸੀ ਤਾਂ ਵੀ ਉਹਨਾਂ ਦੀ ਮਾਨਸਿਕਤਾ ਮਜ਼ਬੂਤ ਸੀ ਕਿਉਂਕਿ ਉਹਨਾਂ ਦਾ ਖਾਣਾ ਠੀਕ ਸੀ। ਜਿਹੜੀ ਬਾਹਰਲੀ ਸਟ੍ਰੈਸ ਹੈ ਉਹਨਾਂ ਤੇ ਜ਼ਿਆਦਾ ਹੰਢਾਈ ਸੜ ਤੋਂ ਕੋਮਾਗਾਟਾ ਮਾਰੂ ਦਾ ਇਨਸੀਡੈਂਸ ਦੇਖ ਲਓ, ਲੌਗਿੰਗ ਇੰਡਸਟਰੀ ਤਾਂ ਦੇਖ ਲਓ, ਜਿਹੜਾ ਡਿਸਕ੍ਰਿਮੀਨੇਸ਼ਨ ਸਾਡੇ ਨਾਲ ਹੁੰਦਾ ਰਿਹਾ, ਵੈਂਕੂਵਰ ਤੱਕ ਜਾਣ ਦੀ ਸਾਨੂੰ ਨੌਬਤ ਨਹੀਂ ਸੀ ਸੰਨ 40-50 ਤੱਕ, ਉਹ ਵੀ ਫਿਰ ਵਰਲਡ ਵਾਰ ਜਿਹੜੇ ਸਾਡੇ ਬਜ਼ੁਰਗਾਂ ਨੇ ਦੇਖੀਆਂ ਉਸ ਤੋਂ ਜ਼ਿਆਦਾ ਸੰਤਾਪ ਕਿੰਨੇ ਹੋ ਗਿਆ। 4 ਸਾਲ ਵਰਲਡ ਵਾਰ ਲੱਗੀ ਰਹੀ, ਫਿਰ ਗ੍ਰੇਟ ਡਿਪਰੈਸ਼ਨ, ਉਹਨਾਂ ਨੇ ਕਈ ਇਹੋ ਜਿਹੇ ਦੇਖੇ ਵੀ ਸੁੱਕਾ ਪੈ ਜਾਣਾ, ਫਸਲ ਨਹੀਂ ਹੋਣੀ, ਹੜ੍ਹ ਆ ਜਾਣੇ ਵਗੈਰਾ, ਲੇਕਿਨ ਉਹਨਾਂ ਦਾ ਮਨ ਕਿਉਂ ਮਜ਼ਬੂਤ ਰਿਹਾ? ਕਿਉਂਕਿ ਉਹਨਾਂ ਦਾ ਖਾਣਾ ਸਹੀ ਸੀ। ਸੋ ਖਾਣਾ ਆਪਾਂ ਬੇਸਿਕ 'ਚ ਆਈਏ ਵੀ ਆਪਾਂ ਹੈਲਦੀ ਖਾਣਾ ਬਾਏ ਕਰੀਏ ਜਿਹੜਾ ਸਾਡੇ ਲਾਗੇ ਚਾਗੇ ਗਰੋ ਹੋ ਰਿਹਾ, ਜਿਹੜੇ ਲੋਕਲ ਪ੍ਰੋਡਿਊਸ ਤੋਂ ਆ ਰਿਹਾ। ਚਲੋ ਠੀਕ ਹੈ, ਜਿਹੜਾ ਬਾਹਰੋਂ ਵੀ ਆ ਰਿਹਾ ਲੇਕਿਨ ਫਰੈਸ਼ ਹੋਵੇ। ਜਿਹੜਾ ਫਰੋਜ਼ਨ ਚੀਜ਼ਾਂ ਹੈਗੀਆਂ ਜਿੱਦਾਂ ਫਰੋਜ਼ਨ ਪੀਜ਼ਾ ਆ, ਕੁਕੀਜ਼ ਆ, ਚਿਪਸ ਆ, ਕੈਂਡੀਜ਼ ਆ, ਬਰਗਰਸ ਆ, ਫਰਾਈਆਂ ਆ ਇਤਿਆਦਿ, ਉਹਦੇ ਵਿੱਚ ਪ੍ਰੋਸੈਸਡ ਫੂਡ ਦੀ ਲੇਬਲਿੰਗ ਲੱਗ ਜਾਂਦੀ ਹੈ। ਹੁਣ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ ਵੀ ਅਗਰ 200 ਕੈਲੋਰੀ ਕੋਈ ਖਾ ਰਿਹਾ, ਇੱਕ ਛੋਟਾ ਚੀਜ਼ ਬਰਗਰ ਤੇ ਫਰਾਈਜ਼ ਲੈ ਲਤੀ 530 ਕੈਲੋਰੀਜ਼ ਹੋ ਗਈਆਂ, ਤੇ ਅਗਰ ਆਪਾਂ 20% ਤੋਂ ਘੱਟ ਜਾਣਾ ਸੀ ਤੇ 400 ਕੈਲੋਰੀ ਪ੍ਰੋਸੈਸਡ ਹੋਣੀ ਸੀ, 530 ਤੇ ਇਹ ਹੋ ਗਿਆ। ਨਾਲ ਇੱਕ ਛੋਟਾ ਕੋਕ ਲੈ ਲਤਾ 150 ਕੈਲੋਰੀ ਹੋਰ ਲੈ ਲਓ ਤੇ ਆਪਾਂ 35-40% 'ਚ ਪਹੁੰਚ ਗਏ। ਜਿਹੜੀ ਬ੍ਰਾਜ਼ੀਲ ਦੀ ਸਟੱਡੀ ਉਹਨੇ ਦੱਸਿਆ, ਬ੍ਰਾਜ਼ੀਲ ਥਰਡ ਵਰਲਡ ਕੰਟਰੀ, ਆਪਾਂ ਕਹਿੰਦੇ ਆ BRIC, ਵੀ ਬ੍ਰਾਜ਼ੀਲ, ਰਸ਼ੀਆ, ਇੰਡੀਆ ਤੇ ਚਾਈਨਾ, ਇਹ ਇਵੋਲਵਿੰਗ ਇਕੋਨਮੀਜ਼ ਹੈਗੀਆਂ ਥਰਡ ਵਰਲਡ ਕੰਟਰੀਜ਼ 'ਚ ਵੀ ਅੱਗਾਂ ਵਧ ਰਹੀਆਂ, ਲੇਕਿਨ ਬ੍ਰਾਜ਼ੀਲ 'ਚ ਵੀ 35% ਖਾਣਾ ਉਹਨਾਂ ਦਾ ਪ੍ਰੋਸੈਸਡ ਹੋ ਗਿਆ। ਜੋ ਅਮਰੀਕਾ 'ਚ ਹੋਰ ਦੁਖਾਂਤ ਆ, 58% ਐਵਰੀ ਮੀਲ ਪ੍ਰੋਸੈਸਡ ਆ, UK 'ਚ 56% ਪ੍ਰੋਸੈਸਡ ਹੈ, ਔਰ ਕੈਨੇਡਾ 'ਚ 48%। ਮੀਨਸ ਅੱਧੋ ਅੱਧਾ ਸਾਡਾ ਖਾਣਾ ਪ੍ਰੋਸੈਸਡ ਆ ਰਿਹਾ। ਸੋ ਸਾਨੂੰ ਇਹ ਟ੍ਰੈਂਡ ਚੇਂਜ ਕਰਨਾ ਚਾਹੀਦਾ। ਸਾਨੂੰ ਆਪ ਖਾਣਾ ਆਪ ਬਣਾ ਕੇ ਆਪਣੀ ਨਿਗਰਾਨੀ 'ਚ ਕੁੱਕ ਕਰਕੇ, ਜੋ ਵੀ ਤੁਹਾਡਾ ਰੀਤ ਰਿਵਾਜ ਹੈਗਾ, ਜੋ ਵੀ ਕਲਚਰ ਹੈਗਾ, ਮਜ਼ਹਬ ਹੈਗਾ, ਵੈਜ ਜਾਂ ਨੌਨ ਵੈਜ, ਆਪ ਬਣਾਓ ਆਪ ਖਾਓ। ਬਿਲਕੁਲ ਕਦੀ ਕਦਾਰ ਮਹੀਨੇ 'ਚ ਕਦੀ ਵਾਰ ਫਸ ਗਏ ਤੇ ਬਾਹਰਲਾ ਖਾਣਾ ਖਾ ਲਓ, ਪਲੀਜ਼ ਆਪਣਾ ਖਾਣਾ ਆਪ ਖਾਓ। ਦੂਜੀ ਗੱਲ ਦੇਖੋ, ਆਪਾਂ ਸਿੱਖੀਜ਼ਮ ਨੂੰ ਬਿਲੋਂਗ ਕਰਦੇ ਹਾਂ ਤੇ ਸਾਡੇ ਇੰਸਟੀਟਿਊਸ਼ਨ ਹੈਗੇ ਆ, ਸੰਗਤ ਆ, ਪੰਗਤ ਆ ਤੇ ਨਾਲ ਲੰਗਰ ਵੀ, ਤੇ ਲੰਗਰ 'ਚ ਕੀ ਮਿਲਦਾ? ਉਸੇ ਦਿਨ ਬਣਾਇਆ ਫਰੈਸ਼ ਫੂਡ ਮਿਲਦਾ। ਔਰ ਜਿਹੜਾ ਉਹ ਲੰਗਰ ਦਾ ਫੂਡ ਆ ਉਹਦੇ 'ਚ ਬਾਣੀ ਦਾ ਵੀ ਅਸਰ ਹੋ ਰਿਹਾ ਕਿਉਂਕਿ ਗੁਰਦੁਆਰੇ ਪ੍ਰਿਪੇਅਰ ਹੋ ਰਿਹਾ, ਜਿੱਥੇ ਕੀਰਤਨ ਚੱਲ ਰਿਹਾ, ਪਾਠ ਚੱਲ ਰਿਹਾ, ਪਾਠਾਂ ਦੇ ਭੋਗ ਪੈ ਰਹੇ ਆ, ਬਣਾਉਣ ਵਾਲੇ ਸ਼ਰਧਾਵਾਨ ਆ, ਪ੍ਰੇਮ ਦੇ ਨਾਲ ਆਟਾ ਗੁੰਨ ਰਹੇ, ਪ੍ਰੇਮ ਦੇ ਨਾਲ ਬਣਾ ਰਹੇ, ਪ੍ਰੇਮ ਦੇ ਨਾਲ ਵਰਤਾ ਰਹੇ। ਸੋ ਖਾਣੇ ਦੇ ਵਿੱਚ ਹੋਰ ਹੀ ਆਨੰਦ ਹੋਗਾ। ਦੇਖੋ ਗੁਰਦੁਆਰੇ ਦੀ ਦਾਲ ਦਾ ਆਨੰਦ ਜਿਹੜੇ ਘਰ ਦੀ ਬਣੀ ਦਾਲ ਦੇ ਮੁਕਾਬਲੇ ਨਹੀਂ ਹੋ ਸਕਦਾ। ਡਾਕਟਰ ਸਾਹਿਬ, ਅਸੀਂ ਫੂਡ ਦੀ ਹਮੇਸ਼ਾ ਹੀ ਗੱਲ ਕਰਦੇ ਹਾਂ ਕਿ ਫੂਡ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ। ਹੁਣ ਤੁਸੀਂ ਦੇਖੋ ਕਿ ਚਾਹੇ ਅਸੀਂ ਗੁਰਦੁਆਰਾ ਸਾਹਿਬ ਦੀ ਲੰਗਰ ਦੀ ਵੀ ਗੱਲ ਕਰ ਰਹੇ ਹਾਂ, ਸੈਲਡ ਵੀ ਹੁੰਦਾ, ਉਹ 'ਚ ਗ੍ਰੇਨਸ ਵੀ ਹੁੰਦੀਆਂ ਨੇ, ਉਹਦੇ 'ਚ ਪ੍ਰਸ਼ਾਦਾ ਵੀ ਹੁੰਦਾ। ਤੁਸੀਂ ਦੇਖੋ ਕਿ ਉਹ ਤੁਹਾਡੀ ਆਪਦੀ ਮਰਜ਼ੀ ਹੈ, ਤੁਸੀਂ ਮਿੱਠਾ ਖਾਣਾ ਜਾਂ ਨਹੀਂ ਖਾਣਾ, ਪਰ ਇਹ ਹੈ ਕਿ ਉਹ ਸੱਚਮੁੱਚ ਉਹ ਇੱਕ ਬੈਲੈਂਸਡ ਡਾਈਟ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਉੱਥੇ ਜਾ ਕੇ ਲੈ ਸਕਦੇ ਹਾਂ ਜਾਂ ਘਰ 'ਚ ਪ੍ਰਿਪੇਅਰ ਕਰ ਸਕਦੇ ਹਾਂ। ਤੁਸੀਂ ਐਗਜ਼ਾਮਪਲ ਦਿੱਤੀ ਕਿ ਪੁਰਾਣੇ ਸਮੇਂ ਦੇ ਵਿੱਚ ਕੌਣ ਬਾਹਰ ਜਾ ਕੇ ਖਾਂਦਾ ਸੀ, ਕਦੇ ਕਿਤੇ ਜਾ ਕੇ ਖਾਂਦੇ ਸੀ। ਹੁਣ ਅਸੀਂ ਜਿਹੜੀ ਲਾਈਫ ਸਟਾਈਲ ਦੇ ਵਿੱਚ ਰਹਿ ਰਹੇ ਹਾਂ, ਅਸੀਂ ਗਰਮੀਆਂ 'ਚ ਦੇਖਦੇ ਹਾਂ ਕਿ ਜ਼ਿਆਦਾ ਹੋ ਜਾਂਦੀ ਹੈ। ਆਪਾਂ ਦੇਖਦੇ ਹਾਂ ਕਿ ਗਰਮੀਆਂ ਦੇ ਵਿੱਚ ਵਿਆਹ ਆ ਜਾਂਦੇ ਨੇ, ਫਿਰ ਵਿਆਹਾਂ ਦੇ ਵਿੱਚ ਅਸੀਂ ਹਫਤਾ ਬਾਹਰ ਜਾ ਕੇ ਰੋਟੀ ਖਾਂਦੇ ਹਾਂ, ਤੇ ਫਿਰ ਉਸ ਤੋਂ ਬਾਅਦ ਅਸੀਂ ਸੋਚਦੇ ਹਾਂ ਕਿ ਸਾਡਾ ਲਾਈਫ ਸਟਾਈਲ ਜਿਹੜਾ ਉਹ ਹੈਲਥੀ ਹੋਊਗਾ। ਕਦੇ ਅਸੀਂ ਸੋਚਿਆ ਹੀ ਨਹੀਂ ਸੀਗਾ, ਅਸੀਂ ਹੈਲਥੀ ਸੋਚਦੇ ਰਹੇ ਕਿ ਅਸੀਂ ਮੋਟਾਪਾ ਘੱਟ ਕਰਾਂਗੇ, ਬਿਮਾਰੀਆਂ ਘੱਟ ਕਰਾਂਗੇ, ਕਿ ਫੂਡ ਹੈਲਥੀ ਖਾਵਾਂਗੇ, ਪਰ ਇਹਦੇ ਨਾਲ ਕਦੇ ਦਿਮਾਗ ਦਾ ਸੋਚਿਆ ਹੀ ਨਹੀਂ ਸੀ ਕਿ ਦਿਮਾਗ ਤੇ ਇਹਦੀ ਅਸਰ ਪੈ ਜਾਂਦਾ। ਇਸੇ ਕਰਕੇ ਇਹਨਾਂ ਦਿਨਾਂ
ਦਿਨਾਂ ਦੇ ਵਿੱਚ ਦੇਖਦੇ ਹਾਂ ਕਿ ਹੁਣ ਇਸ ਜ਼ਮਾਨੇ ਦੇ ਵਿੱਚ ਆ ਕੇ ਕਹਿ ਸਕਦੇ ਹਾਂ ਬਹੁਤ ਸਾਰੇ ਲੋਕਾਂ ਨੂੰ ਟਿਊਮਰ ਦੀ ਪ੍ਰੋਬਲਮ ਹੋ ਰਹੀ ਹੈ, ਮੈਮਰੀ ਲਾਸ ਦੀ ਪ੍ਰੋਬਲਮ ਹੋ ਰਹੀ ਹੈ। ਅਸੀਂ ਇਹ ਵੀ ਦੇਖ ਰਹੇ ਹੈਗੇ ਆ ਕਿ ਹੋਰ ਬਹੁਤ ਸਾਰੀਆਂ ਹੁਣ ਮੈਂਟਲ ਹੈਲਥ ਜਿਹੜਾ ਸਾਡੇ ਨਾਲ ਹੀ ਜੁੜ ਗਿਆ ਹੈ ਕਿ ਇਹ ਇੱਕ ਹੈਲਥ ਪ੍ਰੋਬਲਮ ਹੈਗੀ ਹੈ। ਇਹ ਸਾਰੀਆਂ ਚੀਜ਼ਾਂ ਫੂਡ ਕਰਕੇ ਜਿਹੜੀਆਂ ਪਹਿਲੇ ਨੰਬਰ ਤੇ ਅਸੀਂ ਫੂਡ ਨੂੰ ਰੱਖੀਏ ਇਹ ਚੀਜ਼ਾਂ ਦੇਖ ਕੇ। ਦੇਖੋ ਹੈ ਤੇ ਕੰਪਲੈਕਸ ਇਸ਼ੂਸ ਹੈਗੇ ਆ ਸਾਰੇ, ਲੇਕਿਨ ਕਿਤੇ ਨਾ ਕਿਤੇ ਫੂਡ ਵੀ ਇੱਕ ਪਜ਼ਲ ਆਫ ਦਾ ਇਕੁਏਸ਼ਨ ਹੈਗਾ ਵੀ ਅਗਰ ਖਾਣਾ ਸਹੀ ਆ ਤਾਂ ਬਹੁਤ ਸਾਰੇ ਲੋਕ ਆ ਉਹਨਾਂ ਨੂੰ ਬੈਨੀਫਿਟ ਹੁੰਦਾ। ਇਹਦੇ ਵਿੱਚ ਬੜੇ ਸਾਰੇ ਆਰਟੀਕਲ ਪਬਲਿਸ਼ਡ ਹੋਏ ਆ ਅਮਰੀਕਾ 'ਚ, ਕੈਨੇਡਾ 'ਚ, ਨਿਊਜ਼ੀਲੈਂਡ, ਇਹ 3 ਕੰਟਰੀਆਂ ਜਿਹੜੀਆਂ ਔਰ ਸਵਿਟਜ਼ਰਲੈਂਡ, 4 ਕੰਟਰੀਆਂ ਜਿਹੜੀਆਂ ਨਿਊਟ੍ਰੀਸ਼ਨ ਦੇ ਉੱਤੇ ਬਹੁਤ ਜ਼ਿਆਦਾ ਕੰਮ ਕਰਦੀਆਂ ਰਿਸਰਚ ਅਤੇ ਡਿਵੈਲਪਮੈਂਟ। ਸੋ ਇਹਦੇ ਵਿੱਚ ਬਕਾਇਦਾ ਇਹੀ ਆਉਂਦਾ ਵੀ ਅੱਛਾ ਖਾਣਾ ਜਿਹੜਾ ਹੈਗਾ ਤੁਹਾਡੀ ਬੋਡੀ ਦੇ ਲਈ ਇੱਕ ਵਧੀਆ ਫਿਊਲ ਹੈਗਾ। ਸਾਡੇ 50 ਟ੍ਰਿਲੀਅਨ ਸੈੱਲ ਹੈਗੇ ਸਾਡੇ ਬੋਡੀ ਦੇ, ਹੈ ਨਾ। ਬ੍ਰੇਨ ਦੇ ਜਿਹੜੇ ਹੈਗੇ ਆ ਕਈ ਬਿਲੀਅਨ ਨਿਊਰੋਨਸ ਹੈਗੇ ਆ, ਔਰ ਸਾਡੇ ਆਂਤਰੀ ਦੇ ਵਿੱਚ 150 ਟ੍ਰਿਲੀਅਨ ਲੈਕਟੋਬੈਸਿਲਸ ਹੈਗੇ ਆ, 150 ਵੈਰਾਈਟੀਜ਼ ਦੇ, ਔਰ ਉਹਨਾਂ ਦਾ ਫੂਡ ਹੈ, ਉਹਨਾਂ ਦਾ ਸੋਰਸ ਹੈਗਾ ਅੱਛਾ ਫੂਡ। ਅੱਛਾ ਫੂਡ ਮੀਨਸ ਫਾਈਬਰ ਰਿਚ ਫੂਡ। ਜਿਹੜਾ ਪ੍ਰੋਸੈਸ ਫੂਡ ਹੁੰਦਾ ਉਹ 'ਚੋਂ ਫਾਈਬਰ ਕੱਢਿਆ ਜਾਂਦਾ, ਤਾਂ ਹੀ ਉਹਦੀ ਸ਼ੈਲਫ ਲਾਈਫ ਜ਼ਿਆਦਾ। ਜਿਹੜਾ ਸ਼ੈਲਫ ਲਾਈਫ ਉਹ ਬਾਹਰ ਪਿਆ ਰਿਹਾ ਉਹ ਕਈ ਵਾਰ ਬਾਸਾ ਨਹੀਂ ਹੁੰਦਾ, ਜਿਹੜਾ ਡੱਬਿਆਂ 'ਚ ਆਉਂਦਾ, ਕੈਨ 'ਚ ਆਉਂਦਾ, ਪੈਕਡ ਹੁੰਦਾ, ਸੂਪਸ ਹੁੰਦੇ ਆ, ਪੈਕਡ ਫੂਡ ਹੁੰਦੇ ਆ, ਰੈਡੀ ਟੂ ਯੂਜ਼ ਫੂਡ ਹੁੰਦੇ, ਉਹਨਾਂ ਦੇ ਚੀਜ਼ਾਂ ਪਾਈਆਂ ਜਾਂਦੀਆਂ ਵੀ ਉਹ ਬਾਸਾ ਨਾ ਹੋਵੇ, ਲੇਕਿਨ ਉਹ ਜਿਹੜਾ ਹੈਗਾ ਉਹ ਨਿਊਟ੍ਰੀਸ਼ਨ ਵੈਲਿਊ ਨੂੰ ਖਰਾਬ ਕਰ ਦਿੰਦਾ। ਔਰ ਉਸ ਫੂਡ ਨੂੰ ਬੈਕਟੀਰੀਆ ਵੀ ਨਹੀਂ ਮੂੰਹ ਲਾ ਕੇ ਰਾਜੀ, ਉੱਲੀ ਵੀ ਨਹੀਂ ਲੱਗਦੀ, ਤੇ ਆਪਾਂ ਕਿਉਂ ਲਾ ਰਹੇ ਹਾਂ ਉਸ ਮੂੰਹ ਨੂੰ? ਦੇਖੋ ਉਹ ਸਾਡੇ ਤੋਂ ਸਿਆਣੇ ਆ, ਹੈ ਨਾ। ਫੰਗਸ ਵੀ ਸਿਆਣਾ, ਬੈਕਟੀਰੀਆ ਵੀ, ਉਹ ਕਹਿੰਦੇ ਅਸੀਂ ਨਹੀਂ ਖਾਣਾ, ਅਸੀਂ ਪਾਲਕ ਖਾਵਾਂਗੇ, ਉਹਨੂੰ ਬਾਸਾ ਕਰਾਂਗੇ ਜਿਹੜੀ ਨੈਚੁਰਲ ਹੈਗੀ ਹੈ ਨਾ। ਸੋ ਆਪਾਂ ਆਪਣਾ ਖਾਣਾ ਜਿਹੜਾ ਫਰੈਸ਼ ਖਾਈਏ। ਬੱਚੇ ਜਿਹੜੇ ਹੈਗੇ ਆ ਸਭ ਤੋਂ ਜ਼ਿਆਦਾ ਕੰਜ਼ਿਊਮ ਕਰ ਰਹੇ ਆ। ਅਸੀਂ ਇਹ ਦੇਖਿਆ 70% ਜਿਹੜੇ ਬੱਚੇ ਆ ਅਮਰੀਕਾ, ਕੈਨੇਡਾ ਦੇ, ਉਹ ਅਲਟਰਾ ਪ੍ਰੋਸੈਸ ਫੂਡ ਬਹੁਤ ਵੱਡੀ ਮਾਤਰਾ 'ਚ ਖਾ ਰਹੇ ਆ। ਸੋ ਉਹਨਾਂ ਦੇ ਉੱਤੇ ਸਾਨੂੰ ਮੁੱਢਲੇ ਦਿਨਾਂ ਤੋਂ ਹੀ ਫੈਮਿਲੀ ਦੇ ਵਿੱਚ ਐਜੂਕੇਸ਼ਨ ਹੋਣਾ ਚਾਹੀਦਾ। ਉਹਨਾਂ ਨੂੰ ਨਾਲ ਲੈ ਕੇ ਜਾਓ ਗਰੋਸਰੀ ਸਟੋਰ 'ਤੇ, ਉਹਨਾਂ ਨੂੰ ਖੇਤਾਂ 'ਚ ਲੈ ਕੇ ਜਾਓ ਵੀ ਜਿੱਥੇ ਕਣਕ ਉੱਗਦੀ ਆ, ਬਲੂਬੈਰੀ ਉੱਗਦੀ ਆ, ਸਟ੍ਰਾਬੈਰੀ ਹੁੰਦੀ ਆ, ਵਾਟਰਮੈਲਨ, ਕੈਂਟਲ, ਉਹਨਾਂ ਨੂੰ ਪਤਾ ਲੱਗੇ ਨੈਚੁਰਲ। ਫਿਰ ਉਹਨਾਂ ਨੂੰ ਘਰ ਕਿਚਨ ਦੇ ਵਿੱਚ ਹੈਲਪ ਜਾਂ ਮਾਂ-ਬਾਪ ਦੇ ਨਾਲ ਕੁਕਿੰਗ ਦੇ ਵਿੱਚ ਥੋੜ੍ਹੀ ਹੈਲਪ ਕਰਨ ਦਿਓ। ਇੱਕ ਕੰਟਰੀ ਜਿਹਦੇ ਵਿੱਚ ਦੁਖਾਂਤ ਨਹੀਂ ਹੈਗਾ ਉਹ ਹੈਗੀ ਜਾਪਾਨ। ਉਹਦੇ ਵਿੱਚ ਜਿਹੜਾ ਹੈਗਾ ਨਾ ਹੋਮ ਸਾਇੰਸਿਸ ਕੋਰਸ ਹੈਗੇ ਆ, ਅਰਸ਼ਜੀ ਵੀ ਬੱਚਿਆਂ ਨੂੰ ਜਦੋਂ ਸਕੂਲੇ ਹੁੰਦੇ ਆ ਉਹਨਾਂ ਨੇ ਨਾ ਫਾਰਮਰਸ ਦੇ ਨਾਲ ਕੰਟਰੈਕਟ ਕੀਤਾ, ਉਹਨਾਂ ਨੂੰ ਖੇਤਾਂ 'ਚ ਲੈ ਕੇ ਜਾਂਦੇ ਆ, ਉੱਥੇ ਐਜੂਕੇਸ਼ਨ ਦਿੰਦੇ, ਭਾਈ ਇੱਥੇ ਕਣਕ ਉੱਗ ਰਹੀ ਹੈ, ਇੱਥੇ ਚੌਲ ਉੱਗ ਰਹੇ ਆ। ਫਿਰ ਉਹਨਾਂ ਨੂੰ ਬੀਜ ਦਿੱਤੇ ਜਾਂਦੇ ਵੀ ਆਪ ਬੋਹੋ, ਫਿਰ ਆ ਕੇ ਉਹਨਾਂ ਨੂੰ ਆਪਣੀ ਕਣਕ ਦੀ ਰਾਖੀ ਆਪ ਕਰਨੀ ਪੈਂਦੀ ਆ, ਫਾਰਮਰ ਵੀ ਹੈਲਪ ਕਰ ਰਿਹਾ ਹੁੰਦਾ ਆਪ। ਸੋ ਉਹਨਾਂ ਦਾ ਓਨਰਸ਼ਿਪ ਹੁੰਦਾ। ਫਿਰ ਉਹ ਜੋ ਵੀ ਫਸਲ ਪੱਕਦੀ ਆ ਉਹ ਲੈ ਕੇ ਆਉਂਦੇ ਸਕੂਲੇ, ਫਿਰ ਉਹ ਕੁਕਿੰਗ ਸਿਖਾਈ ਜਾਂਦੀ ਹੈ ਤਾਂ ਕਿ ਆਪਣੇ ਹੱਥਾਂ ਦੇ ਨਾਲ ਆਪ ਕੁੱਕ ਕਰੀਏ। ਵਰਲਡ ਵਾਰ 2 ਤੋਂ ਬਾਅਦ ਅਮਰੀਕਾ ਦੇ ਵਿੱਚ ਖੁਸ਼ਹਾਲੀ ਬਹੁਤ ਆਈ, ਬੰਦੇ ਵੀ ਜਨਾਨੀਆਂ ਵੀ ਬਹੁਤ ਕੰਮ ਕਰਨ ਲੱਗ ਪਈਆਂ। ਸਾਰਿਆਂ ਨੂੰ ਕੰਮ ਕਰਨਾ ਚਾਹੀਦਾ, ਮੈਂ ਇਹ ਨਹੀਂ ਕਹਿੰਦਾ ਵੀ ਬੰਦਿਆਂ ਨੂੰ ਕਰਨਾ ਚਾਹੀਦਾ, ਜਨਾਨੀਆਂ ਨਹੀਂ ਕਰਨਾ ਚਾਹੀਦਾ, ਲੇਕਿਨ ਉਹਦੇ ਬਾਅਦ ਜਿਹੜਾ ਫਾਸਟ ਫੂਡ ਚੇਨ ਆ ਉਹੀ ਸਾਹਮਣੇ ਆਇਆ, ਕਿਉਂਕਿ ਲੋਕੀ ਮਸ਼ਰੂਫ ਬਹੁਤ ਹੋ ਗਏ ਕੰਮਾਂ ਕਾਰਾਂ 'ਚ, ਡਾਲਰ ਵੀ ਕਮਾਉਣ ਵਧੀਆ ਲੱਗ ਪਏ, ਤਾਂ ਡਰਾਈਵ ਥਰੂ ਤੋਂ ਗਿੱਝ ਗਏ। ਚੱਲ ਠੀਕ ਆ ਕਿ ਹੁਣ ਜਾ ਕੇ ਘਰ ਬਣਾਉਣਾ, ਹਾਂ ਵੀ ਮਿਹਨਤ ਕਰਨੀ ਪਊਗੀ, ਸਬਜ਼ੀ ਭਾਜੀ ਕੱਟਣੀ ਪਊਗੀ, ਦਾਲ ਉਬਾਲਣੀ ਪਊਗੀ, ਫਿਰ ਰੋਟੀਆਂ ਆਟਾ ਗੁੰਨਣਾ ਪਊਗਾ, ਫਿਰ ਆਪਾਂ ਤਵੇ 'ਚ ਪਾਓ। ਸੋ ਚੱਲ ਕੇ ਉਹਨੇ ਡਰਾਈਵ ਥਰੂ ਦੇ ਉੱਤੇ ਘੁੰਮ ਜਾਂਦੇ, ਉੱਥੇ ਆਪਾਂ ਗਲਤੀ ਕਰ ਲੈਂਦੇ ਹਾਂ। ਕਦੀ ਕਦਾਰ ਤੇ ਆਲ ਰਾਈਟ ਆ, ਬਟ ਰੋਜ਼ਮर्रा ਦੀ ਜ਼ਿੰਦਗੀ 'ਚ ਆਪਾਂ ਘਰ ਦਾ ਆਪ ਦਾ ਕੁਕਡ ਫੂਡ ਖਾਈਏ ਤੇ ਸਰੀਰ ਵੀ ਅਰੋਗੀ ਰਹੇਗਾ, ਮਨ ਵੀ ਅਰੋਗੀ ਰਹੇਗਾ, ਮੈਂਟਲ ਹੈਲਥ ਤੋਂ ਵੀ ਆਪਾਂ ਬਚ ਸਕਦੇ। ਸਾਰੀਆਂ ਚੀਜ਼ਾਂ ਫੂਡ ਦੇ ਨਾਲ ਕਨੈਕਟਡ ਹੈਗੀਆਂ ਨੇ, ਪਰ ਨਾਲ ਹੁਣ ਡਾਕਟਰ ਸਾਹਿਬ ਕੀ ਬੱਚਿਆਂ ਦੀ ਗੱਲ ਕੀਤੀ ਹੈ, ਵੱਡਿਆਂ ਦੀ ਗੱਲ ਕਰ ਰਹੇ ਹੈਗੇ, ਅਸੀਂ ਨੌਜਵਾਨਾਂ ਦੀ ਗੱਲ ਕਰ ਰਹੇ ਹਾਂ, ਪਰ ਹੁਣ ਜਿਹਦੇ ਫੂਡ ਦੀ ਜਿਵੇਂ ਕਿਹਾ ਕਿ ਆਈਸਕ੍ਰੀਮਸ ਵੀ ਮੈਂ ਦੇਖ ਰਹੀ ਸੀ ਉਹਦੇ 'ਚ ਲਿਖਿਆ ਕਿ ਉਹ ਬ੍ਰੇਨ ਨੂੰ ਸਿੱਧਾ ਅਸਰ ਪਾਉਂਦੀਆਂ ਹੈਗੀਆਂ ਤੁਹਾਡੇ ਤੋਂ। ਹੁਣ ਬੱਚੇ ਜਿਹੜੇ ਨੇ ਇਹਨਾਂ ਦਿਨਾਂ ਦੇ ਵਿੱਚ ਜਿਵੇਂ ਸਲਸ਼ ਲਈ ਚਲ ਜਾਂਦੇ ਨੇ, ਫਿਰ ਆਪਾਂ ਦੇਖਦੇ ਹਾਂ ਕਿ ਫਰੀਜ਼ੀਜ਼ ਖਾਂਦੇ ਨੇ, ਉਹ ਚੀਜ਼ਾਂ ਵੀ ਅਸਰ ਪਾਉਂਦੀਆਂ ਨੇ। ਦੇਖੋ ਬਚਪਨ ਜਿਹੜਾ ਹੈਗਾ ਉਹ ਆਪਾਂ ਬੱਚਿਆਂ ਤੋਂ ਖੋਣਾ ਨੇ, ਕਿਉਂਕਿ ਕਦੀ ਕਦਾਰ ਜਿਹੜਾ ਹੈਗਾ ਮੌਸਮ ਬਹੁਤ ਗਰਮ ਹੈਗਾ, ਸਲਰਪੀ, ਸਲਸ਼ੀਜ਼, ਫਰੀਜ਼ੀਜ਼, ਪੌਪਸਿਕਲਸ ਆਲ ਰਾਈਟ ਹੈ, ਬਟ ਰੋਜ਼ਮर्रा ਨਹੀਂ ਹੋਣਾ ਚਾਹੀਦਾ। ਪਾਣੀ ਜਿਹੜਾ ਹੈਗਾ, ਪਹਿਲਾ ਪਾਣੀ ਜੀਵ ਹੈ ਜਿਤ ਹਰਿਆ ਸਭ ਕੋਈ, 72% ਸਰੀਰ ਦਾ ਪਾਣੀ ਹੈਗਾ। ਆਹ ਦਰਖਤ ਦੇਖੋ ਸਾਡੇ ਤੋਂ ਪਹਿਲੋਂ ਦੇ ਜੰਮੇ, ਸਾਡੇ ਤੋਂ ਬਾਅਦ ਵੀ ਰਹਿਣਾ, ਪਾਣੀ ਦੇ ਉੱਤੇ ਜੀਵਿਤ ਹੈ, ਸੂਰਜ ਦੀ ਰੋਸ਼ਨੀ ਦੇ ਉੱਤੇ ਜੀਵਿਤ ਹੈਗੇ ਆ। ਸੋ ਆਪਾਂ ਕਿਉਂ ਨਹੀਂ ਛੋਟੇ ਉਮਰ ਤੋਂ ਬੱਚਿਆਂ ਨੂੰ ਪਾਣੀ ਦੇ ਵਿੱਚ, ਭਾਵੇਂ ਤੁਸੀਂ ਬਰਫ਼ ਪਾ ਲਓ, ਥੋੜ੍ਹਾ ਜਿਹਾ ਨਿੰਬੂ ਨਿਚੋੜ ਲਓ, ਮਾੜਾ ਜਿਹਾ ਲੂਣ ਮਿਰਚ ਮਸਾਲਾ ਪਾ ਲਓ, ਸਕੰਜਵੀ ਬਣਾ ਲਓ, ਜਾਂ ਹੋਰ ਚੀਜ਼ਾਂ ਆਪਾਂ ਕ੍ਰੀਏਟ ਕਰ ਸਕਦੇ ਹਾਂ। ਜਾਂ ਫਿਰ ਸਮਝੋ ਜਿਹੜੇ ਫਰੂਟ ਹੈਗੇ ਆ, ਖਾਸ ਕਰਕੇ ਵਾਟਰਮੈਲਨ ਅੱਜ ਕੱਲ੍ਹ ਦੇ ਦਿਨਾਂ 'ਚ ਬਹੁਤ ਹੈਗਾ, ਉਹਦੇ ਵਿੱਚ ਮਿਠਾਸ ਵੀ ਹੈਗੀ ਆ, ਪਾਣੀ ਵੀ ਹੈਗਾ, ਆਇਰਨ ਵੀ ਹੈਗਾ, ਮਾਈਕਰੋ ਨਿਊਟ੍ਰੀਐਂਟਸ ਵੀ ਹੈਗੇ, ਵਾਈਟਮਿਨ ਵੀ ਹੈਗੇ ਆ, ਸੋ ਉਹ ਵੀ ਵਧੀਆ ਹੈਗਾ। ਸੋ ਕਿਤੇ ਨਾ ਕਿਤੇ ਸਾਨੂੰ ਥੋੜ੍ਹਾ ਬਹੁਤ ਕਰਨਾ ਚਾਹੀਦਾ। ਮੇਰੇ ਬੱਚੇ ਜਦੋਂ ਨਿੱਕੇ ਸੀ ਸਾਨੂੰ ਵੀ ਸਮੱਸਿਆ ਆਈ,
ਤੇ ਅਸੀਂ ਨਾ ਜਿਹੜੇ ਹੈਗੇ ਆ ਬਲੂਬੈਰੀ ਸਟ੍ਰਾਬੈਰੀ ਅਸੀਂ ਫੀਲਡ ਤੋਂ ਤੋੜ ਕੇ ਉਹਨਾਂ ਦੇ ਨਾਲ ਫਿਰ ਉਹਨੂੰ ਫਰੀਜ਼ ਕਰ ਲੈਂਦੇ ਸੀ ਧੋ ਕੇ। ਫਿਰ ਅਸੀਂ ਉਹਨਾਂ ਨੂੰ ਕੋਲੀ ਚੋਂ ਫਰੋਜ਼ਨ ਬਲੂਬੈਰੀ ਸਟ੍ਰਾਬੈਰੀ, ਉਹ ਕਰੰਚੀ ਵੀ ਹੁੰਦੇ ਆ, ਚਿੱਥੇ ਵੀ ਜਾਂਦੇ ਆ, ਮਿੱਠੇ ਵੀ ਲੱਗਦੇ ਆ, ਤੇ ਨਾਲ ਨਿਊਟ੍ਰੀਸ਼ਨ ਵੀ ਮਿਲਿਆ ਜਾਂਦਾ। ਸੋ ਕਿਤੇ ਨਾ ਕਿਤੇ ਸਾਨੂੰ ਪੈਰੈਂਟਸ ਨੂੰ ਵੀ ਇਸ ਗੱਲ ਤੇ ਕਰਨਾ ਚਾਹੀਦਾ, ਔਰ ਕਦੀ ਕਦਾਰ ਆਪਾਂ ਖਾਈਏ, ਕੋਈ ਨੁਕਸਾਨ ਨਹੀਂ ਹੈਗਾ। ਨਵੀਆਂ ਚੀਜ਼ਾਂ ਇਨਵੈਂਟ ਕਰ ਲੈਣੀਆਂ ਚਾਹੀਦੀਆਂ ਜਿਹਦੇ ਨਾਲ ਫਨ ਵੀ ਹੋਵੇ, ਇੱਕ ਸਵਾਦ ਵੀ ਲੱਗੇ। ਇਹ ਵੀ ਨਹੀਂ ਕਿ ਤੁਸੀਂ ਫਿੱਕਾ ਹੀ ਭੋਜਨ ਖਾਈ ਜਾਣਾ ਜਾਂ ਤੁਸੀਂ ਜਿਹੜਾ ਸਵਾਦ ਨਾਲ ਨਹੀਂ ਖਾਣਾ। ਸੋ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਦੇਖਣੀਆਂ ਚਾਹੀਦੀਆਂ ਨੇ। ਪਰ ਹੁਣ ਚਾਹੇ ਉਹ ਸਿਹਤ ਹੈ ਸਾਡੀ, ਚਾਹੇ ਉਹ ਬ੍ਰੇਨ ਹੈਲਥ ਆ, ਚਾਹੇ ਉਹ ਹਾਰਟ ਹੈਲਥ ਆ, ਸਾਰਿਆਂ ਦੇ ਲਈ ਫੂਡ ਜਿਹੜਾ ਇੰਪੋਰਟੈਂਟ ਹੈ। ਬਿਲਕੁਲ, ਕਿਉਂਕਿ ਇਹ ਸਟੱਡੀ ਜਿਹੜੀ ਹੈਗੀ ਹੈ ਕੋਗਨੀਟਿਵ ਡਿਕਲਾਈਨ ਦੀ ਪਹਿਲੀ ਸਟੱਡੀ ਹੈਗੀ ਹੈ, ਔਰ ਬਹੁਤ ਇੰਪੋਰਟੈਂਟ ਹੈ ਕਿਉਂਕਿ ਅਸੀਂ ਏਜਿੰਗ ਪੋਪੂਲੇਸ਼ਨ ਹੈ, ਅਲਜ਼ਾਈਮਰ, ਡਿਮੈਂਸ਼ੀਆ, ਮੈਮਰੀ ਲਾਸ, ਕਿਤੇ ਨਾ ਕਿਤੇ ਫੂਡ ਵੀ ਉਹਦਾ ਬਹੁਤ ਵੱਡਾ ਕੰਟਰੀਬਿਊਟਿਵ ਫੈਕਟਰ ਹੈਗਾ। ਸੋ ਅਸੀਂ ਆਸ ਕਰਦੇ ਹਾਂ ਵੀ ਸਾਰੇ ਸਰੋਤੇ ਇਸ ਤੋਂ ਲਾਹਾ ਲੈਣ। ਬਿਲਕੁਲ ਜੀ, ਕੀ ਮੈਸੇਜ ਹੈ ਜੀ ਐਂਡ? ਮੈਸੇਜ ਇਹੀ ਹੈ ਵੀ ਸੋ ਖਾਣਾ ਖੁਸ਼ੀ ਖਵਾਰ, ਜਿਸ ਖਾਦੇ ਤਨ ਪੀੜੀਆਂ ਮਨ ਮੇ ਚਲੇ ਵਿਕਾਰ। ਖਾਣਾ ਉਹ ਖਾਓ ਵੀ ਜਿਹੜਾ ਤੁਹਾਡਾ ਤਨ ਵੀ ਤੇ ਮਨ ਵੀ ਖੁਸ਼ ਰਹੇ। ਜਦੋਂ ਮਨ ਖੁਸ਼ ਤੇ ਸਾਰਾ ਕੁਛ, ਲੇਕਿਨ ਮਨ ਨੂੰ ਜਿੱਤਣਾ ਪੈਣਾ। ਮਨ ਜੀਤੇ ਜਗਜੀਤ, ਉਹ ਤਾਂ ਹੀ ਜਿੱਤਿਆ ਜਾ ਸਕਦਾ ਲੇਕਿਨ ਉਹਦੀ ਸ਼ਬਦ ਗੁਰੂ ਦੀ ਆਰਾਧਨਾ ਕਰੀਏ, ਭਗਤੀ ਕਰੀਏ, ਸਿਮਰਨ ਕਰੀਏ, ਸਾਧਨਾ ਕਰੀਏ, ਸੇਵਾ ਕਰੀਏ, ਸਿਮਰਨ ਕਰੀਏ, ਦਾਨ ਕਰੀਏ, ਬਾਣੀ ਬਾਣਾ ਤੇ ਗੁਰੂ ਦੇ ਭਰੋਸੇ 'ਚ ਰਹੀਏ। ਜੀਵਨ ਇੱਕ ਮੌਕਾ, ਜਿਓ ਰੱਜ ਕੇ ਜਿਓ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ। ਥੈਂਕ ਯੂ। ਹੈਲਥ ਇਜ਼ ਵੈਲਥ। ਹੈਲਥ ਹੀ ਸਾਡਾ ਅਸਲੀ ਧਨ ਹੈ। ਹੈਲਥ ਨੂੰ ਬਚਾ ਕੇ ਰੱਖਣਾ ਚਾਹੀਦਾ। ਕਦੇ ਕਦੇ ਅਸੀਂ ਫਾਸਟ ਫੂਡ ਖਾ ਸਕਦੇ ਹਾਂ, ਪਰ ਹਰ ਰੋਜ਼ ਨਹੀਂ। ਹਰ ਰੋਜ਼, ਚਾਹੇ ਉਹ ਮੈਂਟਲ ਹੈਲਥ ਹੈ, ਚਾਹੇ ਬ੍ਰੇਨ ਹੈਲਥ ਹੈ, ਚਾਹੇ ਉਹ ਹਾਰਟ ਹੈਲਥ ਹੈ, ਚਾਹੇ ਸਾਡੀ ਓਵਰਆਲ ਹੈਲਥ ਹੈ, ਫੂਡ ਦੇ ਉੱਤੇ ਜ਼ਿਆਦਾ ਧਿਆਨ ਕੇਂਦਰਿਤ ਕਰਨਾ ਚਾਹੀਦਾ। ਜਿਵੇਂ ਡਾਕਟਰ ਭੁਰਜੀ ਨੇ ਕਿਹਾ ਕਿ ਸਾਨੂੰ ਜ਼ਮੀਨ ਨਾਲ ਜੁੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਜ਼ਿਆਦਾ ਖਾਣੀਆਂ ਚਾਹੀਦੀਆਂ ਨੇ। ਚਾਹੇ ਬੱਚੇ ਨੇ, ਚਾਹੇ ਨੌਜਵਾਨ ਨੇ, ਖੇਤਾਂ ਦੇ ਵਿੱਚ ਜਾ ਕੇ, ਫਾਰਮਾਂ ਦੇ ਵਿੱਚ ਜਾ ਕੇ ਦੇਖਣਾ ਚਾਹੀਦਾ ਕਿ ਉੱਥੇ ਕਿਸ ਤਰ੍ਹਾਂ ਫੂਡ ਉੱਗਦਾ। ਅਤੇ ਜਦੋਂ ਅਸੀਂ ਫਰੈਸ਼ ਫੂਡ ਖਾਂਦੇ ਹਾਂ ਤਾਂ ਉਹਦਾ ਤਾਂ ਸਵਾਦ ਹੀ ਕੁਝ ਹੋਰ ਹੁੰਦਾ। ਤੇ ਆਪਣੀ ਹੈਲਥ ਨੂੰ ਵਧੀਆ ਰੱਖਣ ਦੇ ਲਈ ਜ਼ਰੂਰ ਹੈਲਥੀ ਭੋਜਨ ਖਾਓ, ਤਾਂ ਕਿ ਅਸੀਂ ਵੀ ਹੈਲਥੀ ਰਹੀਏ ਤੇ ਸਾਡਾ ਆਲਾ ਦੁਆਲਾ ਵੀ ਹੈਲਥੀ ਰਵੇ। ਇਨਫੋਰਮੇਸ਼ਨ ਤੇ ਅਪਡੇਟ ਤੁਹਾਡੇ ਤੱਕ ਇਸੇ ਤਰ੍ਹਾਂ ਲੈ ਕੇ ਆਉਂਦੇ ਰਵਾਂਗੇ। ਦੇਖਦੇ ਰਹੋ ਸਾਂਝਾ ਟੀਵੀ ਤੇ ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।